प्रैक्टिकल केमिस्ट्री ਦੇ ਵਿੱਚ ਸਾਡਾ ਅੱਜ ਦਾ ਟੌਪਿਕ ਹੈ ਕ੍ਰੋਮੈਟੋਗ੍ਰਾਫੀ। ਕ੍ਰੋਮੈਟੋਗ੍ਰਾਫੀ ਇਜ਼ ਫॉर क्लास 12th। ਇਸ ਤੋਂ ਪਹਿਲੇ ਅਸੀਂ ਐਕਸਪੈਰੀਮੈਂਟ ਸ਼ੁਰੂ ਕਰੀਏ। आई एम गोइंग टू गिव यू माई इंट्रोडक्शन। आई एम भावना भल्ला, लेक्चरर केमिस्ट्री, SOE छाटा, अमृतसर, and this chromatographic experiment has been done under the guidance of Mrs. Sudeep Kaur, RPDM from Principal GSSS ਦਸ਼ਮੇਸ਼ ਨਗਰ। ਸੋ ਅਸੀਂ ਸਟਾਰਟ ਕਰਦੇ ਹਾਂ। ਸਾਡੇ ਐਕਸਪੈਰੀਮੈਂਟਸ ਜਿਹੜੇ ਨੇ ਦੋ ਨੇ। First is the separation of pigments from the extract of leaves and flowers by paper chromatography and determination of RF values. Second is separation of constituents present in an inorganic mixture containing two cations only. Let's start with the first experiment, separation of pigments from the extract of leaves and flowers by paper chromatography. ਇਹਦੀ ਥਿਊਰੀ ਕੀ ਹੈ ਕਿ ਜਿਹੜੀ ਪੇਪਰ ਕ੍ਰੋਮੈਟੋਗ੍ਰਾਫੀ ਹੈ ਇਹ ਪਾਰਟੀਸ਼ਨ ਕ੍ਰੋਮੈਟੋਗ੍ਰਾਫੀ ਮੀਨਸ ਸੈਪਰੇਸ਼ਨ ਹੁੰਦੀ ਹੈ। ਇਹਦੇ ਵਿੱਚ ਜਿਹੜੀ ਪੇਪਰ ਕ੍ਰੋਮੈਟੋਗ੍ਰਾਫੀ ਦੇ ਵਿੱਚ ਦੋ ਫੇਜ਼ਸ ਹੈ। ਵਨ ਇਜ਼ ਸਟੇਸ਼ਨਰੀ, ਜਿਹੜਾ ਸਟੇਸ਼ਨਰੀ ਫੇਜ਼ ਹੈ ਉਹ ਪੇਪਰ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਪੇਪਰ ਜਿਹੜਾ ਹੈ 22% ਵਾਟਰ ਮੋਲੀਕਿਊਲਸ ਨੂੰ ਐਬਜ਼ੌਰਬ ਕਰ ਲੈਂਦਾ ਹੈ, ਅਰਾਊਂਡ 78% ਸੈਲੂਲੋਜ਼ ਦੇ ਉੱਪਰ। ਜਿਹੜੀ ਸੈਪਰੇਸ਼ਨ ਆਫ ਕੰਪੋਨੈਂਟਸ ਦੀ ਹੈ ਉਹ ਪਾਰਟੀਸ਼ਨ ਜਿਹੜੇ ਕੰਪੋਨੈਂਟ ਦੀ ਹੈ ਬਿਟਵੀਨ ਸਟੇਸ਼ਨਰੀ ਫੇਜ਼ ਐਂਡ ਦੀ ਮੋਬਾਈਲ ਫੇਜ਼। ਸਟੇਸ਼ਨਰੀ ਫੇਜ਼ ਜਿਹੜਾ ਖੜਾ ਹੈ ਜਿਹਨੂੰ ਅਸੀਂ ਪੇਪਰ ਕਹਿ ਦਿੱਤਾ। ਮੋਬਾਈਲ ਫੇਜ਼ ਜਿਹੜਾ ਲਿਕੁਇਡ ਹੈ, ਜਿਹੜਾ ਵੀ ਅਸੀਂ ਲਿਕੁਇਡ ਪਾਵਾਂਗੇ ਉਹਦੇ ਉੱਤੇ। ਸੋ ਦਾ ਮੋਬਾਈਲ ਫੇਜ਼ ਜਿਹੜਾ ਹੈ ਉਹ ਕੈਪਿਲਰੀ ਐਕਸ਼ਨ ਦੇ ਥਰੂ ਪੇਪਰ 'ਤੇ ਟਰੈਵਲ ਕਰੇਗਾ। ਸੋ ਦਿਸ ਇਜ਼ ਦੀ ਮੇਜਰ ਥਿਊਰੀ ਆਫ ਦੀ ਸੈਪਰੇਸ਼ਨ ਆਫ ਪਿਗਮੈਂਟਸ, ਦੈਟ ਇਜ਼ ਪੇਪਰ ਕ੍ਰੋਮੈਟੋਗ੍ਰਾਫੀ ਜਿਹੜੀ ਅਸੀਂ ਪੜ੍ਹਨ ਜਾ ਰਹੇ ਹਾਂ। ਜਿਹੜੀ RF ਵੈਲਿਊ ਹੈ ਜਿਹਨੂੰ ਅਸੀਂ ਰਿਟੈਂਸ਼ਨ ਫੈਕਟਰ ਕਹਿੰਦੇ ਆ, ਉਹਦਾ ਕੋਫੀਸ਼ੀਐਂਟ ਰੇਸ਼ੀਓ ਜਿਹੜੀ ਕੱਢੀ ਜਾਂਦੀ ਹੈ, ਦੈਟ ਇਜ਼ RF ਇਜ਼ ਦੀ ਡਿਸਟੈਂਸ ਟਰੈਵਲਡ ਬਾਈ ਸੋਲਿਊਟ divided by distance traveled by the solvent in different substances of the different RF values. RF value ਕਾਦੇ ਤੇ ਡਿਪੈਂਡ ਕਰਦੀ ਹੈ, ਕਿਹੜੇ ਫੈਕਟਰਸ ਤੇ ਡਿਪੈਂਡ ਕਰਦੀ ਹੈ। ਨੰਬਰ 1 is the nature of substance, nature of the solvent, ਟੈਂਪਰੇਚਰ ਕੀ ਹੈ, ਕਿਉਂਕਿ ਹਰ ਲਿਕੁਇਡ ਟੈਂਪਰੇਚਰ ਚੇਂਜ ਹੋਣ ਦੇ ਨਾਲ ਉਹਦੀ ਕਾਈਨੈਟਿਕ એનર્ਜੀ ਨੂੰ ਫਰਕ ਪੈ ਜਾਂਦਾ, ਮੋਲੀਕਿਊਲਸ ਦੀ ਮੂਵਮੈਂਟ ਨੂੰ ਫਰਕ ਪੈ ਜਾਂਦਾ। ਨੈਕਸਟ ਇਜ਼ ਦੀ ਪ੍ਰੈਜ਼ੈਂਸ ਆਫ ਇੰਪਿਉਰਿਟੀਜ਼, ਕਿੰਨੀਆਂ ਇੰਪਿਉਰਿਟੀਜ਼ ਪ੍ਰੈਜ਼ੈਂਟ ਨੇ ਉਹਦੇ ਵਿੱਚ। ਫਿਲਟਰ ਪੇਪਰ ਦੀ ਕੁਆਲਿਟੀ ਬਹੁਤ ਇੰਪੋਰਟੈਂਟ ਹੈ। ਜਿੰਨਾ ਅੱਛਾ ਫਿਲਟਰ ਪੇਪਰ ਹੋਏਗਾ ਉਨੀ ਮੂਵਮੈਂਟ ਅੱਛੀ ਹੋਏਗੀ ਔਰ ਅਸੀਂ ਉਹਨੂੰ ਕੈਲਕੂਲੇਟ ਆਰਾਮ ਨਾਲ ਕਰ ਪਾਵਾਂਗੇ। ਸੋ ਅਗਰ ਸਾਡਾ ਕੰਪਾਊਂਡ ਕਲਰਡ ਹੈ ਤੇ ਉਹਨੂੰ ਅਸੀਂ ਕ੍ਰੋਮੈਟੋਗ੍ਰਾਫਿਕ ਪੇਪਰ ਦੇ ਉੱਪਰ ਆਰਾਮ ਨਾਲ ਲੋਕੇਟ ਕਰ ਸਕਦੇ ਹਾਂ। ਬਟ ਅਗਰ ਪ੍ਰੋਬਲਮ ਆਉਂਦੀ ਹੈ ਸਾਨੂੰ ਕਿ ਸਾਡਾ ਸਬਸਟੈਂਸ ਕਲਰਲੈਸ ਹੈ, ਫਿਰ ਕੀ ਕਰਾਂਗੇ? ਫਿਰ ਅਸੀਂ ਉਹਨੂੰ ਕਿਸੇ ਐਸੇ ਰੀਏਜੈਂਟ ਦੇ ਨਾਲ ਟ੍ਰੀਟਮੈਂਟ ਦਿੰਦੇ ਹਾਂ ਜਿਹੜਾ ਕਿ ਉਹਦਾ ਡਿਵੈਲਪਰ ਕਹਾਂਦਾ ਹੈ। ਔਰ ਸਾਡੇ ਕੋਲ ਸਭ ਤੋਂ ਈਜ਼ੀਐਸਟ ਆਪਸ਼ਨ ਹੈ ਆਇਓਡੀਨ। ਸੋ ਆਇਓਡੀਨ ਇਜ਼ ਦੀ ਮੋਸਟ ਫ੍ਰੀਕੁਐਂਟਲੀ ਯੂਜ਼ਡ ਪੇਪਰ ਕ੍ਰੋਮੈਟੋਗ੍ਰਾਫੀ ਡਿਵੈਲਪਰ। ਸੋ ਸਾਨੂੰ ਕ੍ਰੋਮੈਟੋਗ੍ਰਾਫੀ ਪੇਪਰ ਕ੍ਰੋਮੈਟੋਗ੍ਰਾਫੀ ਕਰਨ ਲਈ ਕੀ ਰਿਕੁਆਇਰਮੈਂਟ ਹੈ? ਨੰਬਰ 1 ਜਿਹੜਾ ਗੁੱਡ ਕੁਆਲਿਟੀ ਫਿਲਟਰ ਪੇਪਰ ਕਿਹਾ, ਵਾਟਮੈਨਸ ਪੇਪਰ, extract of leaves and flowers, then ethanol ਜਾਂ ਐਸੀਟੋਨ। ਅਸੀਂ ਆਈਸੋਪ੍ਰੋਪਾਈਲ ਅਲਕੋਹਲ ਵੀ ਯੂਜ਼ ਕਰ ਸਕਦੇ ਉਹਦੀ ਜਗ੍ਹਾ 'ਤੇ। ਰਬੜ ਫਿਕਸਡ ਕੌਕ ਵਿਦ ਦੀ ਹੁੱਕ ਇਨ ਦੀ ਸੈਂਟਰ। ਉਸ ਤੋਂ ਬਾਅਦ ਸਾਨੂੰ ਇੱਕ ਗਲਾਸ ਜਾਰ ਚਾਹੀਦਾ ਜਿਹਨੂੰ ਕ੍ਰੋਮੈਟੋਗ੍ਰਾਫਿਕ ਚੇਂਬਰ ਵੀ ਬੋਲਦੇ ਆ। ਉਸ ਤੋਂ ਬਾਅਦ ਰਬੜ ਕੌਕ ਫਿਕਸਡ ਵਿਦ ਦੀ ਹੁੱਕ ਇਨ ਦੀ ਸੈਂਟਰ। ਉਸ ਤੋਂ ਬਾਅਦ ਸਾਨੂੰ ਚਾਹੀਦੀਆਂ ਨੇ ਟੈਸਟ ਟਿਊਬਸ ਜਿਹਦੇ 'ਚ ਅਸੀਂ ਆਪਣਾ ਐਕਸਟਰੈਕਟ ਪਾਉਣਾ ਹੈ। ਡਿਸਟਿਲਡ ਵਾਟਰ ਮੋਬਾਈਲ ਫੇਜ਼ ਦੇ ਲਈ ਪ੍ਰੋਸੀਜਰ ਕੀ ਹੈ ਕਿ ਸਭ ਤੋਂ ਪਹਿਲੇ ਅਸੀਂ ਫਿਲਟਰ ਪੇਪਰ ਲੈਂਦੇ ਹਾਂ, ਸਕੇਲ ਦੀ ਮਦਦ ਦੇ ਨਾਲ 4 ਸੈਂਟੀਮੀਟਰ ਉਹਦੇ ਉੱਪਰੋਂ ਦੀ ਲਾਈਨ ਡਰਾ ਕਰ ਲੈਂਦੇ ਹਾਂ। ਲੀਵਸ ਨੂੰ ਗ੍ਰਾਈਂਡ ਕਰਦੇ ਹਾਂ, ਫਲਾਵਰਸ ਨੂੰ ਗ੍ਰਾਈਂਡ ਕਰਦੇ ਹਾਂ, ਉਹਨਾਂ ਦੀ ਪੇਸਟ ਨੂੰ ਟੈਸਟ ਟਿਊਬ 'ਚ ਪਾ ਲਈ ਜਾਂਦੀ ਹੈ। ਜਿਹੜਾ ਕਰਸ਼ਡ ਮਟੀਰੀਅਲ ਹੈ ਉਹਦੇ 'ਚ ਐਸੀਟੋਨ ਜਾਂ ਇਥੇਨੋਲ ਪਾ ਕੇ ਸ਼ੇਕ ਕਰ ਲਿਆ ਜਾਂਦਾ ਔਰ ਉਸ ਫਿਲਟਰ ਨੂੰ ਮਿਕਸਚਰ ਨੂੰ ਫਿਲਟਰ ਕਰ ਲਿਆ ਜਾਂਦਾ। ਜਿਹੜਾ ਫਿਲਟਰੇਟ ਹੈ ਉਹਨੂੰ ਟੈਸਟ ਟਿਊਬ 'ਚ ਪਾ ਕੇ ਸਾਡਾ ਐਕਸਪੈਰੀਮੈਂਟ ਕਰਨ ਲਈ ਉਹ ਫਿਲਟਰ ਰੈਡੀ ਹੈ। ਹੁਣ ਕੈਪਿਲਰੀ ਲੈ ਕੇ ਉਹ ਫਿਲਟਰੇਟ ਜਿਹੜਾ ਸਾਡੇ ਕੋਲ ਬਣਿਆ ਸੀ ਉਹਨੂੰ ਪੇਪਰ ਦੇ ਉੱਪਰ ਇੱਕ ਡ੍ਰੌਪ ਪਾਈ ਜਾਂਦੀ ਹੈ ਤਾਂ ਔਰ ਉਹਨੂੰ ਡਰਾਈ ਹੋਣ ਦਿੱਤਾ ਜਾਂਦਾ ਤਾਂ ਕਿ ਅਸੀਂ ਆਪਣਾ ਕ੍ਰੋਮੈਟੋਗ੍ਰਾਫਿਕ ਐਕਸਪੈਰੀਮੈਂਟ ਕਰ ਸਕੀਏ। ਹੁਣ ਉਸ ਫਿਲਟਰ ਪੇਪਰ ਨੂੰ ਹੈਂਗ ਕਰਤਾ ਜਾਂਦਾ ਹੈ ਤਾਂ ਥੱਲੇ ਪੈਟਰੋਲੀਅਮ ਈਥਰ ਕਲੋਰੋਫਾਰਮ ਪਾ ਕੇ ਜਾਂ ਸਮਟਾਈਮਸ ਅਸੀਂ ਆਈਸੋਪ੍ਰੋਪਾਈਲ ਅਲਕੋਹਲ ਔਰ ਡਿਸਟਿਲਡ ਵਾਟਰ ਦਾ ਮਿਕਸਚਰ ਵੀ ਪਾ ਲੈਂਦੇ ਹਾਂ। ਇਹਨੂੰ ਇਸ ਗੈਸ ਜਾਰ ਦੇ ਅੰਦਰ, ਗਲਾਸ ਜਾਰ ਦੇ ਅੰਦਰ ਮੋਬਾਈਲ ਫੇਜ਼
ਜਦੋਂ 2/3 ਤੱਕ ਰਾਈਜ਼ ਕਰਦਾ ਇਹਨੂੰ ਉਹਦੇ ਚ ਰਹਿਣ ਦੇਈਦਾ। ਯੂ ਕੈਨ ਸੀ ਇਨ ਦ ਫਿਗਰ ਕਿ ਅਸੀਂ 1 ਤੋਂ 2 ਸੈਂਟੀਮੀਟਰ ਦਾ ਸੋਲਵੈਂਟ ਪਾ ਲਿਆ, ਜਿਹੜੀ ਸੋਲਿਊਸ਼ਨ ਦੇ ਉਹਦੇ ਪੇਪਰ ਦੇ ਉੱਪਰ ਲਾਈਨ ਲਗਾਈ, ਉਸ ਤੋਂ ਬਾਅਦ ਪੇਪਰ ਦੇ ਉੱਪਰ ਕਿਵੇਂ ਚਲਾ ਗਿਆ, ਪੈਨਸਿਲ ਦੇ ਨਾਲ ਕਿਵੇਂ ਕਲਿੱਪ ਲਗਾਇਆ, ਮਾਈਗ੍ਰੇਸ਼ਨ। ਉਸ ਤੋਂ ਬਾਅਦ ਅਸੀਂ ਫਿਲਟਰ ਪੇਪਰ ਨੂੰ ਰਿਮੂਵ ਕਰ ਲੈਂਦੇ ਹਾਂ ਸੋਲਵੈਂਟ ਫਰੰਟ ਤੋਂ। ਇਸ ਸਪੌਟਸ ਨੂੰ ਆਊਟਲਾਈਨ ਕਰ ਲੈਂਦੇ ਹਾਂ ਪੈਨਸਲ ਦੇ ਨਾਲ ਔਰ ਉਹਨਾਂ ਨੂੰ ਡਰਾਈ ਹੋਣ ਦੀ ਟਾਈਮ ਦੇਈਦਾ। ਇਸ ਚੀਜ਼ ਨੂੰ ਮੈਜਰ ਕਰ ਲਈਦਾ ਸੋਲਵੈਂਟ ਫਰੰਟ ਤੇ ਸੈਂਟਰ ਆਫ ਦੀ ਸਪੌਟਸ ਦੇ ਵਿਚਕਾਰ ਰਿਲੇਸ਼ਨ ਕੱਢ ਕੇ ਅਸੀਂ RF ਵੈਲਿਊ ਕੈਲਕੂਲੇਟ ਕਰ ਲੈਂਦੇ ਹਾਂ। ਅਸੀਂ ਇਹ ਡਿਫਰੈਂਟ ਫਲਾਵਰਸ ਔਰ ਡਿਫਰੈਂਟ ਲੀਵਸ ਦੇ ਲਈ ਐਕਸਟ੍ਰੈਕਟ ਯੂਜ਼ ਕਰਕੇ ਡਿਫਰੈਂਟ RF ਵੈਲਿਊਜ਼ ਕੱਢ ਸਕਦੇ ਹਾਂ। ਅਗਰ ਅਸੀਂ RF ਵੈਲਿਊ ਵਾਲਾ ਐਕਸਪ੍ਰੈਸ਼ਨ ਲਗਾਈਏ ਸੋ ਜਿਹੜੀ ਲੈਂਥ ਹੈ ਉਹਨੂੰ ਮੈਜਰ ਕਰਕੇ ਤੇ ਅਸੀਂ ਕੈਲਕੂਲੇਟ ਕਰ ਸਕਦੇ ਹਾਂ। ਨਾਓ ਅਸੀਂ ਜੋ ਵੀ ਥਿਓਰੈਟਿਕਲੀ ਪੜ੍ਹਿਆ ਉਹਨੂੰ ਪ੍ਰੈਕਟੀਕਲੀ ਸ਼ੁਰੂ ਕਰਦੇ ਹਾਂ ਕਿ ਇਸ ਐਕਸਪੈਰੀਮੈਂਟ ਨੂੰ ਕੀਤਾ ਕਿਵੇਂ ਜਾਂਦਾ। ਨਾਓ ਸਟਾਰਟ ਅਪ ਵਿਦ ਦੀ ਸੈਪਰੇਸ਼ਨ ਆਫ ਪਿਗਮੈਂਟਸ ਵਿਦ ਦੀ ਐਕਸਟ੍ਰੈਕਟ ਆਫ ਸਪਿਨਚ ਲੀਵਸ। ਮੈਂ ਇੱਥੇ ਸਪਿਨਚ ਲੀਵਸ ਲਏ ਨੇ, ਅਸੀਂ ਅਲੱਗ-ਅਲੱਗ ਲੀਵਸ ਲੈ ਕੇ ਐਕਸਟ੍ਰੈਕਟ ਬਣਾ ਸਕਦੇ ਹਾਂ। ਅਸੀਂ ਜਦੋਂ ਪੇਪਰ ਕ੍ਰੋਮੈਟੋਗ੍ਰਾਫੀ ਹੁੰਦੀ ਹੈ ਜਾਰ ਦੇ ਅੰਦਰ ਇਸ ਤਰ੍ਹਾਂ ਕਲਰ ਸੈਪਰੇਸ਼ਨ ਤੁਸੀਂ ਦੇਖ ਸਕਦੇ ਹੋ, ਕਿੱਡੀ ਸੋਹਣੀ ਕਲਰ ਸੈਪਰੇਸ਼ਨ ਹੋਈ ਹੈ ਕਿਸੇ ਵੀ ਲੀਵ ਦੇ ਨਾਲ। ਸਭ ਤੋਂ ਇੰਪੋਰਟੈਂਟ ਚੀਜ਼ ਕੀ ਹੈ ਕਿ ਸਾਡੇ ਫਿਲਟਰ ਪੇਪਰ ਦੀ ਕੁਆਲਿਟੀ ਬਹੁਤ ਹੀ ਅੱਛੀ ਹੋਣੀ ਚਾਹੀਦੀ ਹੈ। ਉਹ ਪੁਆਇੰਟ ਬੜਾ ਹੀ ਕਲੀਅਰ ਹੋਣਾ ਚਾਹੀਦਾ ਜਿੱਥੇ ਅਸੀਂ ਲਗਾਉਂਦੇ ਹਾਂ ਉਸ ਚੀਜ਼ ਨੂੰ, ਠੀਕ ਹੈ। ਤੇ ਤੁਸੀਂ ਧਿਆਨ ਨਾਲ ਅਗਰ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਯੂ ਕੈਨ ਸੀ ਦੀ ਸਟੇਸ਼ਨਰੀ ਫੇਸ, ਜਿਹੜਾ ਮੋਬਾਈਲ ਫੇਸ ਮੂਵ ਕਰ ਰਿਹਾ ਸੀਗਾ ਬੜਾ ਅੱਛਾ। ਹੁਣ ਅਸੀਂ ਇਸ ਚੀਜ਼ ਨੂੰ ਪ੍ਰੈਕਟੀਕਲੀ ਕਿਵੇਂ ਪਰਫਾਰਮ ਕਰਦੇ ਹਾਂ ਅਸੀਂ ਉਹ ਦੇਖਾਂਗੇ ਕਿ ਸਾਨੂੰ ਕਿਹੜਾ ਮਟੀਰੀਅਲ ਚਾਹੀਦਾ। ਸਭ ਤੋਂ ਪਹਿਲੇ ਸਾਨੂੰ ਇੱਕ ਕ੍ਰੋਮੈਟੋਗ੍ਰਾਫਿਕ ਗਲਾਸ ਜਾਰ, ਐਕਸਟ੍ਰੈਕਟ ਆਫ ਸਪਿਨਚ ਲੀਵਸ, ਆਈਸੋਪ੍ਰੋਪਾਈਲ ਅਲਕੋਹਲ ਔਰ ਵਾਟਰ ਦਾ ਮਿਕਸਚਰ ਚਾਹੀਦਾ। ਸਾਨੂੰ ਇੱਕ ਵਾਟਰਮੈਨ ਫਿਲਟਰ ਪੇਪਰ ਚਾਹੀਦਾ, ਕੈਪਿਲਰੀ ਟਿਊਬਸ ਚਾਹੀਦੀਆਂ ਨੇ, ਥਰੈਡ ਚਾਹੀਦਾ, ਸਕੇਲ ਚਾਹੀਦਾ, ਪੈਨਸਿਲ ਚਾਹੀਦੀ ਹੈ। ਹੁਣ ਕਰਨਾ ਕੀ ਹੈ, ਪ੍ਰੋਸੀਜਰ ਇਸ ਸਭ ਤੋਂ ਪਹਿਲੇ ਵਾਟਰਮੈਨ ਫਿਲਟਰ ਪੇਪਰ ਲਿਆ, ਅਸੀਂ 2 ਸੈਂਟੀਮੀਟਰ ਜਾਂ ਸਮਟਾਈਮਸ 4 ਸੈਂਟੀਮੀਟਰ, ਮੋਸਟਲੀ 2 ਸੈਂਟੀਮੀਟਰ ਦੀ ਲਾਈਨ ਲਗਾਉਂਦੇ ਹਾਂ। ਫਿਰ ਉਹਦੇ ਸੈਂਟਰ ਤੋਂ ਐਂਡ ਤੱਕ ਇੱਕ ਲਾਈਨ ਲਗਾ ਲਈ ਜਾਂਦੀ ਹੈ ਜਿਹਨੂੰ ਅਸੀਂ ਸੋਲਵੈਂਟ ਫਰੰਟ ਕਹਿੰਦੇ ਹਾਂ। ਤੇ ਇੱਕ ਡਾਟ ਲਗਾ ਲਿਆ ਸੈਂਟਰ ਤੇ, ਉਹਨੂੰ ਪੁਆਇੰਟ P ਕਹਿਤਾ। ਇੱਥੇ ਅਸੀਂ ਕੈਪਿਲਰੀ ਦੀ ਹੈਲਪ ਦੇ ਨਾਲ ਐਕਸਟ੍ਰੈਕਟ ਸਪਿਨਚ ਲੀਵਸ ਦਾ ਪਾਣਾ ਹੈ, ਉਹਨੂੰ ਡਰਾਈ ਹੋਣ ਦੇਣਾ ਥੋੜੀ ਦੇਰ, ਫਿਰ ਦੁਬਾਰਾ ਪਾਣਾ ਹੈ। ਅਸੀਂ ਇਸ ਐਕਸਟ੍ਰੈਕਟ ਨੂੰ ਕਾਫੀ ਅੱਛੀ ਤਰ੍ਹਾਂ ਇਸ ਸਪੌਟ ਨੂੰ ਹੈਲਦੀ ਸਪੌਟ ਬਣਾਉਣਾ ਹੈ। ਜਦੋਂ ਇਹ ਪੂਰਾ ਡਰਾਈ ਹੋ ਜਾਏ ਇਹਨੂੰ ਥਰੈਡ ਦੀ ਮਦਦ ਦੇ ਨਾਲ ਆਪਣੇ ਜਿਹੜਾ ਕ੍ਰੋਮੈਟੋਗ੍ਰਾਫਿਕ ਚੈਂਬਰ ਹੈ ਜਿਹਦੇ 'ਚ ਮੈਂ ਆਲਰੇਡੀ ਪਾਇਆ ਹੋਇਆ ਜਿਹੜਾ ਸੋਲਵੈਂਟ ਫਰੰਟ, ਜਿਹਨੂੰ ਮੈਂ ਡਿਸਟਿਲਡ ਵਾਟਰ ਔਰ ਆਈਸੋਪ੍ਰੋਪਾਈਲ ਅਲਕੋਹਲ ਦਾ ਮਿਕਸਚਰ ਸੀਗਾ, ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸੋਲਵੈਂਟ ਫੇਜ਼ ਹੈ, ਜਿਹੜਾ ਮੋਬਾਈਲ ਫੇਜ਼ ਹੈ, ਉਹਨੇ ਮੂਵ ਕਰਨਾ ਸ਼ੁਰੂ ਕਰ ਦਿੱਤਾ ਹੈ, ਕਲਰ ਸੈਪਰੇਸ਼ਨ ਆਣੀ ਸ਼ੁਰੂ ਹੋ ਗਈ ਹੈ। ਯੂ ਕੈਨ ਸੀ ਇਟ ਵੈਰੀ ਕਲੀਅਰਲੀ ਕਿ ਮੂਵਮੈਂਟ ਚੱਲ ਰਹੀ ਹੈ। ਦੇਖੋ ਕਿੰਨਾ ਅੱਛਾ ਕਲਰ ਸੈਪਰੇਸ਼ਨ ਆ ਰਿਹਾ ਹੈ। ਤੇ ਜਿਹੜੇ ਵੀ ਉਹਦੇ ਪਾਰਟੀਕਲਸ ਨੇ ਦੇਖੋ, ਕੈਰਾਟਿਨ, ਜ਼ੈਂਥੋਫਿਲ, ਕਲੋਰੋਫਿਲ A, ਕਲੋਰੋਫਿਲ B, ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਸੈਪਰੇਟ ਹੋ ਗਈਆਂ। ਸੋ ਜਿੱਥੇ ਲਾਸਟ ਤੱਕ ਪੁਆਇੰਟ ਜਾਂਦਾ ਅਸੀਂ ਉਦੋਂ ਜਦੋਂ ਚਲਾ ਗਿਆ 10-15 ਮਿੰਟ ਦੇ ਬਾਅਦ ਅਸੀਂ ਇਹਨੂੰ ਕੱਢ ਲੈਂਦੇ ਹਾਂ, ਡਰਾਈ ਕਰ ਲੈਂਦੇ ਹਾਂ। ਸੋ ਜਿਸ ਪੁਆਇੰਟ ਤੱਕ ਗਿਆ ਦੈਟ ਇਜ਼ ਸੋਲਵੈਂਟ ਫਰੰਟ, ਉੱਥੋਂ ਦੀ ਮਾਰਕ ਕਰੀਦਾ ਲਾਈਨ ਨੂੰ, ਉਹਨੂੰ ਸੋਲਵੈਂਟ ਫਰੰਟ ਕਹਿ ਕੇ। ਸੋ ਐਂਡ ਵਾਲੀ ਪੁਆਇੰਟ ਤੱਕ ਇਹਨੂੰ ਮੈਜਰ ਕਰ ਲਈਦਾ। ਸੋ ਯੂ ਕੈਨ ਸੀ ਦੀ ਸੈਪਰੇਸ਼ਨਸ ਆਫ ਦੀ ਕੈਰੋਟੀਨ, ਜ਼ੈਂਥੋਫਿਲ, ਕਲੋਰੋਫਿਲ A ਐਂਡ ਦੈਨ ਕਲੋਰੋਫਿਲ B। ਅਸੀਂ ਸਾਰਿਆਂ ਦੀਆਂ RF ਵੈਲਿਊਜ਼ ਡਿਪੈਂਡਿੰਗ ਅਪੋਨ ਦੇਅਰ ਲੈਂਥਸ ਕੈਲਕੂਲੇਟ ਕਰ ਸਕਦੇ ਹਾਂ। ਸੋ ਧਿਆਨ ਰੱਖਣ ਵਾਲੀਆਂ RF ਵੈਲਿਊਜ਼ ਕਿਵੇਂ ਕੈਲਕੂਲੇਟ ਕਰਾਂਗੇ, ਅਸੀਂ ਫਾਰਮੂਲਾ ਪਹਿਲੇ ਵੀ ਦੱਸ ਚੁੱਕੀ ਹਾਂ ਕਿ ਡਿਸਟੈਂਸ ਟਰੈਵਲਡ ਬਾਈ ਦੀ ਕੰਪੋਨੈਂਟ ਫਰੋਮ ਦੀ ਓਰੀਜਨਲ ਲਾਈਨ ਓਵਰ the distance traveled by the solvent from the original line, component over solvent। precautions ਕੀ ਨੇ, ਹਮੇਸ਼ਾ ਕੈਪਿਲਰੀ ਟਿਊਬਸ ਫਾਈਨ ਕੁਆਲਿਟੀ ਦੀਆਂ ਯੂਜ਼ ਕਰੋ, ਚੈਂਬਰ ਨੂੰ ਅਨਡਿਸਟਰਬਡ ਤੇ ਕਵਰਡ ਰੱਖਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਜਿਹੜਾ ਸਪੌਟ ਹੈ ਉਹ ਪ੍ਰੋਪਰਲੀ ਰਿਚ ਹੋਣਾ ਚਾਹੀਦਾ ਸੈਂਪਲ ਨਾਲ। ਹੁਣ ਆਬਜ਼ਰਵੇਸ਼ਨਸ ਤੇ ਇਨਫਲੂਐਂਸ ਕੀ ਹੈ ਸਪਿਨਚ ਲੀਵ ਦਾ, ਮੈਂ ਤੁਸੀਂ ਟੇਬਲ ਦੇ ਥਰੂ ਦੇਖ ਸਕਦੇ ਹੋ ਕਿ ਕਲੋਰੋਫਿਲ A ਦੇ ਲਈ ਸਪੌਟ ਜਿਹੜਾ ਹੈ ਬਲੂ ਗ੍ਰੀਨ ਕਲਰ ਦਾ ਆਇਆ। ਕੈਲਕੂਲੇਸ਼ਨ ਕਰਨ ਦੇ ਬਾਅਦ ਇਹ 3.3 ਦਾ ਟਰੈਵਲ ਕੀਤਾ ਸਪੌਟ, ਸੋਲਵੈਂਟ ਨੇ 4.5 ਟਰੈਵਲ ਕੀਤਾ, RF ਵੈਲਿਊ ਇਜ਼ 0.73। ਕੈਰੋਟਿਨ ਦੇ ਲਈ ਕਲਰ ਆਫ ਦੀ ਸਪੌਟ ਇਜ਼ ਗੋਲਡਨ,
Distance traveled by the spot is 4.2, distance traveled by the solvent is 4.5, and RF value is 0.95. Chlorophyll B ਦੇ ਲਈ the color is yellow green. Distance traveled by the spot is 1.6 and distance traveled by the solvent is 4.5 and RF value is 0.35. So results and discussions ਕੀ ਨੇ कि RF value spinach ਦੀਆਂ आ गया 0.95, 0.73 and 0.35. सो प्रिकॉशनस पहले दस चुकी हैं कि हमेशा कैपिलरी ट्यूब्स फाइन यूज़ करो स्पॉट्स ਨੂੰ स्प्रैड होने तो रोकने ਲਈ स्पॉटिंग ਜਿਹੜਾ पेपर है वो अच्छी क्वालिटी का यूज़ करो उस तो बाद कैपिलरी जी है प्रॉपर फाइनली ड्रॉन टू दिस प्लेस होनी चाहिए है इधर उधर जो स्पॉट ना लगे ताकि साढ़े लिए कोई भी कन्फ्यूजन ना बने जो क्रोमैटोग्राफिक जार है क्रोमैटोग्राम जो बनना है अगर क्रोमैटोग्राफिक जार नू या ग्लास जार जिन्होंने बोलते हैं उन्होंने डिस्टर्ब करोगे तो जो क्रोमैटोग्राम बनना है वो जी लेंथस बननिया ने सॉल्वेंट फ्रंट दियाँ वो सारी दियाँ सारियाँ डिस्टर्ब हो जाएगियाँ तो साड़ी कैलकुलेशनस गलत हो जाएगियाँ ये सारे नू स्पॉट नू डिवेलप करने तो पहले एक पेपर स्ट्रिप जी लैनी है इट शुड बी परफेक्टली ड्राई एंड क्लीन ਜਿਹੜੇ ਆਰਗੈਨਿਕ ਸੋਲਵੈਂਟਸ ਨੇ ਇਹਨਾਂ ਨੂੰ ਕੇਅਰਫੁਲੀ ਹੈਂਡਲ ਕਰਨਾ ਜ਼ਰੂਰੀ ਹੈ ਕੈਮਿਸਟਰੀ ਲੈਬ 'ਚ ਹਰ ਸੋਲਵੈਂਟ ਨੂੰ ਹੈਂਡਲ ਕਰਨਾ ਜ਼ਰੂਰੀ ਹੈ our second experiment is to separate the constituents present in an inorganic mixture containing two cations lead 2 positive and cadmium 2 positive and the constituent should have the large difference in RF values ਹੁਣ ਇਹਨੂੰ ਕਿਵੇਂ ਕਰਨਾ ਹੈ ਇਸ ਐਕਸਪੈਰੀਮੈਂਟ 'ਚ ਅਸੀਂ ਦੋ ਕੈਟਾਇਨਸ ਲੈ ਰਹੇ ਹਾਂ ਸੈਪਰੇਟਡ ਜਿਹੜੇ ਕਲਰਲੈਸ ਨੇ ਸੋ ਇਹਦੇ ਵਿੱਚ ਅਸੀਂ ਡਿਵੈਲਪਰ ਯੂਜ਼ ਕਰਾਂਗੇ ਇੱਥੇ ਡਿਵੈਲਪਰ ਮੈਂ ਯੂਜ਼ ਕੀਤਾ ਅਮੋਨੀਅਮ ਸਲਫਾਈਡ ਜਿਹਦਾ ਫਾਰਮੂਲਾ ਹੈ NH4 twice S ਔਰ ਇਹਨੂੰ ਅਸੀਂ ਕ੍ਰੋਮੈਟੋਗ੍ਰਾਫਿਕ ਪੇਪਰ ਦੇ ਉੱਪਰ ਡਿਵੈਲਪਰ ਦੇ ਤੌਰ ਤੇ ਯੂਜ਼ ਕਰਦੇ ਹਾਂ ਇੱਥੇ ਮਟੀਰੀਅਲਸ ਕੀ ਚਾਹੀਦੇ ਸਾਨੂੰ ਇਸ ਐਕਸਪੈਰੀਮੈਂਟ ਲਈ ਸਿਮਿਲਰਲੀ ਉਹੀ ਅੱਛੀ ਕੁਆਲਿਟੀ ਦਾ ਵਾਟਰਮੈਨਸ ਫਿਲਟਰ ਪੇਪਰ ग्लास जार जिन्होंने क्या सी क्रोमैटोग्राफिक जार 1 to 2% lead nitrate solution 1 to 2% calcium nitrate solution ammonium sulfide ethanol 6 molar nitric acid rubber cork fixed with hook in the center वही जड़ा लटकान ली और टेस्ट ट्यूब्स सोल्यूशन दे लिए कैपिलरी ट्यूब्स पॉइंट दे ऊपर अपना सॉल्वेंट लगाने दे लिए डिस्टिल्ड वाटर मोबाइल फेस बनाने दे लिए और पेट्रोलियम ईथर ਹੁਣ ਅਸੀਂ ਪ੍ਰੋਸੀਜਰ ਕੀ ਹੈ ਇਹਦਾ ਕਿ ਸਭ ਤੋਂ ਪਹਿਲੇ ਉਹ ਇਸੇ ਤਰ੍ਹਾਂ 3 ਸੈਂਟੀਮੀਟਰ ਜਾਂ 2 ਸੈਂਟੀਮੀਟਰ ਇੱਕ ਐਂਡ ਦੇ ਉੱਪਰ ਵਾਟਰਮੈਨ ਫਿਲਟਰ ਪੇਪਰ ਦੇ ਉੱਪਰ ਲਾਈਨ ਲਗਾ ਲੈਂਦੇ ਆ ਪੈਨਸਿਲ ਦੇ ਨਾਲ ਕੈਪਿਲਰੀ ਨੂੰ ਉੱਥੇ ਪਲੇਸ ਕਰ ਦਿੰਦੇ ਆ ਮਾਰਕ ਲਾਈਨ ਦੇ ਉੱਪਰ ਫਿਰ ਇਹਨੂੰ ਜਾਰ ਦੇ ਵਿੱਚ ਰੱਖ ਦਿੱਤਾ ਜਾਂਦਾ ਜਿਹਦੇ ਵਿੱਚ ਅਸੀਂ ਆਲਰੇਡੀ 6 ਮੋਲਰ HNO3 ਡਿਸਟਿਲਡ ਵਾਟਰ ਜਿਹੜਾ ਪਾਇਆ ਇਥੇਨੋਲ ਔਰ ਨਾਈਟ੍ਰਿਕ ਐਸਿਡ ਔਰ ਵਾਟਰ ਦਾ ਜਿਹੜਾ ਰੇਸ਼ੀਓ ਹੈ ਦੈਟ ਇਜ਼ 8:1:1 इस जार ਨੂੰ ਇਸੇ ਤਰ੍ਹਾਂ ਰਹਿਣ ਦਿਓ ਜਦੋਂ ਕਿ ਜਿਹੜਾ ਮੋਬਾਈਲ ਫੇਜ਼ ਹੈ ਉਹ ਲਗਭਗ 2/3 ਤੱਕ ਰਾਈਜ਼ ਨਾ ਕਰ ਜੇ ਫਿਰ ਫਿਲਟਰ ਪੇਪਰ ਰਿਮੂਵ ਕਰ ਲਓ ਔਰ ਸੋਲਵੈਂਟ ਫਰੰਟ ਨੂੰ ਮਾਰਕ ਕਰ ਲਓ ਅਮੋਨੀਅਮ ਸਲਫਾਈਡ ਕਿਉਂਕਿ ਇਹ ਕਲਰਲੈਸ ਸੀਗਾ ਇਹਦੇ ਉੱਤੇ ਸਪਰੇਅ ਕਰਤਾ ਜਾਂਦਾ ਹੈ ਤੇ ਸਾਡੇ ਕੋਲ ਯੈਲੋ ਤੇ ਬਲੈਕ ਸਪੌਟਸ ਆ ਜਾਂਦੇ ਨੇ ਉਸ ਤੋਂ ਬਾਅਦ ਇਹਨੂੰ ਡਰਾਈ ਕਰ ਲਓ ਪੈਨਸਿਲ ਨਾਲ ਪੋਜੀਸ਼ਨਸ ਡਰਾ ਕਰਨ ਦੇ ਬਾਅਦ ਪੇਪਰ ਨੂੰ ਡਰਾਈ ਕਰਨ ਤੋਂ ਬਾਅਦ ਮੈਜਰਮੈਂਟ ले ली जाती है रेफरेंस लाइन तो सॉल्वेंट फ्रंट तक और डिफरेंट स्पॉट्स नोटिस करके जिहड़ा डिस्टेंस है बिटवीन दी रेफरेंस लाइन और शॉर्टेस्ट डिस्टेंस ऑफ द सेंटर इस कैलकुलेट कर लिया जाता है इनू एक टैबुलर फॉर्म दे विच RF लिख के ऑब्जरवेशनस नू ते असीं RF वैल्यूज़ कैलकुलेट कर लैने तुसीं फिगर च देख सकते हो कि पहले पेपर रखा जिन्होंने 3 सेंटीमीटर लाइन लगाई है ठीक है उन्होंने असी क्रोमैटोग्राफिक प्लेट के अंदर लगाता सॉल्वेंट फ्रंट के उत्ते कलर सैपरेट हो गए तो असी मैजरमेंट ले ली हुण असी इनू वीडियो फॉर्म के देखा सब तो पहले असी अपना सॉल्वेंट पावांगे मोबाइल फेज वाला वो असी अल्कोहल नाइट्रिक एसिड और जोड़ा वाटर का मिक्सचर है 8:1:1 वाला पा लिया फिर एक फिल्टर पेपर की स्ट्रिप ली उत्ते पेंसिल दे नाल 2 सेंटीमीटर अबव एज ऑफ द पेपर के उपर लाइन ड्रॉ कर ली देखो पेपर लैके स्केल दे नाल असी 2 सेंटीमीटर लैके उस तो बाद लाइन ड्रॉ कर लेने सब तो पहले एक हॉरिजॉन्टल लाइन एंड दैन अ वर्टिकल लाइन 2 सेंटीमीटर लगा के तो इनू ड्रॉ कर लिया जाता है बेटा यह 2 सेंटीमीटर घट तो घट लेना बहुत जरूरी है अगर असी ये नहीं लेंदे तो जो स्टेशनरी फेज वो डिप कर देगा हुण जो कैटाइन्स का मिक्सचर बना लिया जाता है और कैपिलरी ट्यूब में इस मिक्सचर च डिप करके
ਤੇ ਇਹਦੇ ਸੈਂਟਰ ਵਾਲੇ ਸਪॉट ਤੇ ਲਗਾ ਦਿੱਤਾ ਜਾਂਦਾ ਹੈ। ਦੁਬਾਰਾ ਉਹੀ ਧਿਆਨ ਰੱਖਣਾ ਕਿ ਇਹਨੂੰ ਡਰਾਈ ਕਰਕੇ ਦੁਬਾਰਾ ਰੱਖਣਾ ਹੈ। ਇਸ ਤੋਂ ਬਾਅਦ ਇਹਨੂੰ ਪੇਪਰ ਨੂੰ ਡਰਾਈ ਕਰਨ ਤੋਂ ਬਾਅਦ ਸਸਪੈਂਡ ਕਰਤਾ ਜਾਂਦਾ ਹੈ। ਇਹੀ ਧਿਆਨ ਰੱਖਣਾ ਹੈ ਕਿ ਪੇਪਰ ਜਿਹੜਾ ਹੈ ਉਹ ਪੁਆਇੰਟ ਵਿੱਚ ਡਿਪ ਨਹੀਂ ਕਰਨਾ ਚਾਹੀਦਾ। ਜਿੰਨਾ ਵੀ ਜਿੱਥੇ ਵੀ ਤੁਸੀਂ ਲਾਈਨ ਲਗਾਈ ਹੈ ਸੋਲਵੈਂਟ ਵਾਲਾ ਪੋਰਸ਼ਨ ਉਹ ਨੀਚੇ ਰਹਿਣਾ ਚਾਹੀਦਾ ਔਰ ਇਹ ਡਿਪ ਨਹੀਂ ਕਰਨਾ ਚਾਹੀਦਾ। ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਅੱਛੀ ਸਪੀਡ ਦੇ ਨਾਲ ਸੋਲਵੈਂਟ ਉੱਪਰ ਚੜ ਰਿਹਾ ਹੈ। ਤੇ ਅਸੀਂ ਇਹਨੂੰ ਜਿਹੜਾ ਆਪਣਾ ਅਮੋਨੀਅਮ ਸਲਫਾਈਡ ਦਾ ਸਪਰੇ ਬਣਾਇਆ ਲਿਕੁਇਡ, ਜਦੋਂ ਇਹ ਸੋਲਵੈਂਟ ਰੀਚ ਕਰ ਗਿਆ ਅਬਾਊਟ 3/4 ਆਫ ਦੀ ਸਟ੍ਰਿਪ, ਉਹਨੂੰ ਸਟ੍ਰਿਪ ਨੂੰ ਰਿਮੂਵ ਕਰ ਲਿਆ ਜਾਂਦਾ ਹੈ ਤੇ ਡਰਾਈ ਕਰ ਲਿਆ ਜਾਂਦਾ ਹੈ। ਉਹਨੂੰ H2S ਦੇ ਵਿੱਚ ਜਾਂ ਰਿਬੇਨਿਕ ਐਸਿਡ ਦੇ ਵਿੱਚ ਜਾਂ ਸੋਡੀਅਮ ਸਲਫਾਈਡ ਦੇ ਵਿੱਚ ਪਾ ਕੇ ਤੇ ਅਸੀਂ ਨੋਟਿਸ ਕਰ ਲੈਂਦੇ ਹਾਂ। ਅਸੀਂ H2S ਸੋਲਿਊਸ਼ਨ ਬਣਾਇਆ, ਉਹਦੇ ਵਿੱਚ ਇਹਨੂੰ ਡਿਪ ਕਰ ਲਿਆ। ਤੁਸੀਂ ਦੇਖੋ ਕਿੰਨਾ ਸੁੰਦਰ ਸੈਪਰੇਸ਼ਨ ਸਾਡੇ ਕੋਲ ਦਿਖ ਰਹੀ ਹੈ ਕਲਰਸ ਦੀ। ਹੁਣ ਇਹਨਾਂ ਦਾ ਡਿਸਟੈਂਸ ਲੈਡ ਔਰ ਕੈਡਮੀਅਮ ਦਾ ਸੋਲਵੈਂਟ ਦਾ ਆਪਾਂ ਲਾਈਨ ਦੇ ਨਾਲ ਇਹ ਦੇਖੋ ਮਾਰਕ ਕਰ ਲਿਆ। ਦੋਨੋਂ ਕਲਰ ਸੈਪਰੇਸ਼ਨ ਨੂੰ ਅਸੀਂ ਮਾਰਕ ਕਰ ਲਿਆ। ਫਿਰ ਅਸੀਂ ਇਸ ਪੇਪਰ ਨੂੰ ਡਰਾਈ ਹੋਣ ਲਈ ਰੱਖਤਾ ਜਾਂਦਾ। ਇਹਨੂੰ ਸੋਲਵੈਂਟ ਫਰੰਟ ਮਾਰਕ ਕਰਨ ਦੇ ਬਾਅਦ ਕਿ ਮੈਕਸਿਮਮ ਸੋਲਵੈਂਟ ਕਿੱਥੇ ਤੱਕ ਚੜ ਗਿਆ। ਡਰਾਈ ਹੋਣ ਦੇ ਬਾਅਦ ਅਸੀਂ ਇਹਨੂੰ ਸਕੇਲ ਨਾਲ ਮੈਜਰ ਕਰ ਲੈਂਦੇ ਹਾਂ। ਅਸੀਂ ਉਸ ਮੈਜਰਮੈਂਟ ਨੂੰ ਲਿਖ ਲਿਆ, ਦੈਟ ਇਜ਼ 8.7 ਐਂਡ ਤੁਸੀਂ ਇਹਨੂੰ ਆਪਣੇ ਹਿਸਾਬ ਨਾਲ ਦੁਬਾਰਾ ਕੈਲਕੂਲੇਟ ਕਰ ਸਕਦੇ ਹੋ। ਮੇਰੀ 9.9 ਵੈਲਿਊ ਆਈ। ਕੈਡਮੀਅਮ ਦੀ ਟਰੈਵਲ 9.9 ਹੈ ਔਰ ਜਿਹੜਾ ਸੋਲਵੈਂਟ ਟਰੈਵਲਡ ਹੈ ਦੈਟ ਇਜ਼ 11.5। ਸੋ RF ਵੈਲਿਊ ਕਿਵੇਂ ਕੱਢਾਂਗੇ? RF ਕੀ ਹੁੰਦਾ ਪਹਿਲੇ ਵੀ ਦੱਸਿਆ ਕਿ ਰਿਟਾਰਡੇਸ਼ਨ ਫੈਕਟਰ ਹੈ। ਇਹਨੂੰ ਕੈਲਕੂਲੇਟ ਕਰਦੇ ਹਾਂ ਡਿਸਟੈਂਸ ਟਰੈਵਲਡ ਬਾਈ ਸੋਲਿਊਟ ਬਾਈ ਡਿਸਟੈਂਸ ਟਰੈਵਲਡ ਬਾਈ ਦੀ ਸੋਲਵੈਂਟ। ਸੋ ਅਸੀਂ ਆਪਣੀ ਵੈਲਿਊ ਇਸ ਟੇਬਲ ਤੋਂ ਨੋਟਿਸ ਕਰ ਸਕਦੇ ਹਾਂ। ਅਸੀਂ ਆਬਜ਼ਰਵੇਸ਼ਨ ਦਾ ਆਪਣਾ ਟੇਬਲ ਹੈ ਕਿ ਕਲਰ ਆਫ ਦੀ ਸਪॉट ਜਿਹੜਾ ਯੈਲੋ ਸੀਗਾ ਉਹਨੇ ਟਰੈਵਲ ਕੀਤਾ 8.7 ਤੇ ਰੈਫਰੈਂਸ ਲਾਈਨ ਸੀਗੀ 11.5। ਸੋ RF ਵੈਲਿਊ ਆਈ 0.75। ਦੂਸਰਾ ਡਾਰਕ ਪਰਪਲ ਵਾਲਾ ਸੀਗਾ ਦੈਟ ਇਜ਼ 9.9 ਟਰੈਵਲ ਕੀਤਾ ਸੀ, ਤੁਸੀਂ ਆਪਣੇ ਐਕਸਪੈਰੀਮੈਂਟ 'ਚ ਉਹਨੇ ਦੇਖਿਆ। ਤੇ ਡਿਸਟੈਂਸ ਟਰੈਵਲ ਫਰੋਮ ਦੀ ਰੈਫਰੈਂਸ ਲਾਈਨ ਬਾਈ ਦੀ ਸੋਲਵੈਂਟ ਇਜ਼ 11.5। ਸੋ RF ਵੈਲਿਊ ਇਜ਼ 0.86। ਸੋ ਰਿਜ਼ਲਟਸ ਕੀ ਨੇ ਕਿ ਜਿਹੜੀ RF ਵੈਲਿਊ ਕੈਡਮੀਅਮ ਦੀ ਹੈ ਦੈਟ ਇਜ਼ 0.86। RF ਵੈਲਿਊ ਜਿਹੜੀ ਲੈਡ ਆਇਨਸ ਦੀ ਹੈ ਦੈਟ ਇਜ਼ 0.75। ਔਰ ਪ੍ਰੀਕਾਸ਼ਨਸ ਫਿਰ ਉਹੀ ਤਰ੍ਹਾਂ ਸਿਮਿਲਰ ਨੇ ਕਿ ਕੈਪਿਲਰੀ ਟਿਊਬ ਫਾਈਨ ਯੂਜ਼ ਕਰੋ। ਲਾਈਨ ਜਿਹੜੀ ਹੈ ਉਹ ਕੈਪਿਲਰੀ ਜਿਹੜੀ ਹੈ ਉਹ ਪ੍ਰੋਪਰ ਸਪॉट ਤੇ ਹੋਣੀ ਚਾਹੀਦੀ ਪੇਪਰ ਦੇ ਉੱਪਰ। ਮੋਰ ਦੈਨ 1 ਸਪॉट्स ਨਹੀਂ ਬਣਾਓ ਔਰ ਸਪॉट ਨੂੰ ਸਪਰੈਡ ਨਾ ਹੋਣ ਦਿਓ। ਅਗਰ ਸਪਰੈਡ ਹੋ ਜਾਂਦਾ ਫਿਰ ਸਾਨੂੰ ਫਾਇਦਾ ਨਹੀਂ ਹੈ। ਜਾਰ ਨੂੰ ਡਿਸਟਰਬ ਨਹੀਂ ਕਰਨਾ। ਆਰਗੈਨਿਕ ਸੋਲਵੈਂਟਸ ਨੂੰ ਆਰਾਮ ਨਾਲ ਹੈਂਡਲ ਕਰੋ ਔਰ ਡਿਵੈਲਪਿੰਗ ਤੋਂ ਪਹਿਲੇ ਆਪਣਾ ਜਿਹੜਾ ਪੇਪਰ ਸਟ੍ਰਿਪ ਹੈ ਉਹ ਚੈੱਕ ਕਰ ਲਓ ਕਿ ਪਰਫੈਕਟਲੀ ਡਰਾਈ ਹੋਏ।